अस्सलाम वालेकुम दोस्त, उम्मीद करते हैं खैर ਨਾਲ ਅਸੀਂ ਅੱਜ ਦੀ ਵੀਡੀਓ ਸਟੀਮ ਆਇਰਨ ਜਿਹੜੇ ਧੋਬੀ ਹਜ਼ਰਾਤ ਆ ਕੋਈ ਇਸਤਰੀ ਹੁੰਦੀ ਜਿਹਨਾਂ ਕੱਪੜੇ ਵਗੈਰਾ ਪ੍ਰੈਸ ਬਾਹਰੋਂ ਕਰਵਾਈ ਦੇ ਉਹ ਇਸਤਰੀ ਦੀ ਰਿਪੇਅਰਿੰਗ ਦੀ ਵੀਡੀਓ ਆ। ਇਹ ਮੇਰੇ ਕੋਲ ਆਈ ਸੀ ਦਰਅਸਲ ਖੁੱਲੀ ਹੋਈ। ਖੁੱਲ੍ਹਣ ਦੀ ਵਜ੍ਹਾ ਵੀ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਕੰਮ ਕਰਦੀ ਆ, ਕੀ ਤਰੀਕੇਕਾਰ, ਬੜਾ ਆਸਾਨ ਤਰੀਕੇ ਨਾਲ ਤੁਹਾਨੂੰ ਸਮਝਾਵਾਂਗਾ। ਆ ਇਹਦਾ ਇਸ ਟਾਈਮ ਸਾਰਾ ਮਟੀਰੀਅਲ ਸਪੇਅਰ ਪਾਰਟ ਸਾਰੇ ਖੁੱਲ੍ਹੇ ਪਏ ਤੇ ਆ ਇਹਦਾ ਕਨੈਕਸ਼ਨ ਪਲੇਟ ਆ, ਹੈਂਡਲ ਆ, ਤਾਰ ਵਗੈਰਾ, ਹੱਡੀ, ਹਰ ਚੀਜ਼ ਖੁੱਲ੍ਹੀ ਹੋਈ ਸੀ। ਉਹਨਾਂ ਇਹਦੀ ਮੁੱਠ ਢਿੱਲੀ ਸੀ, ਯਾਨੀ ਕਿ ਆ ਨਹੀਂ ਵੇਟ ਢਿੱਲਾ ਸੀਗਾ, ਫਰੀ ਸੀਗਾ। ਉਹਨੂੰ ਚੂੜੀ ਵਗੈਰਾ ਪਵਾਉਣ ਲਈ ਉਹਨਾਂ ਨੇ ਜਦੋਂ ਕਿਸੇ ਖਰਾਦੀ ਉਹ ਖਲਾਈ, ਉਹ ਕਨੈਕਸ਼ਨ ਟੁੱਟ ਗਿਆ। ਵੀ ਟੁੱਟ ਗਿਆ ਕਨੈਕਸ਼ਨ, ਅਤੇ ਥਰਮੋਸਟੇਟ ਵਾਲਾ ਵੀ ਟੁੱਟ ਗਿਆ ਸੀਗਾ। ਤਾਂ ਆਹ ਥਰਮੋਸਟੇਟ ਵਾਲਾ ਆ ਜਿਹੜਾ ਠੀਕ ਹੈ। ਹੁਣ ਇਹਨਾਂ ਕਨੈਕਸ਼ਨ ਨੂੰ ਜਾਂ ਸੋਲਡ ਤਾਂ ਨਹੀਂ ਹੋਣਾ, ਲੇਕਿਨ ਜੁਗਾੜ ਲਗਾਵਾਂਗੇ, ਇਹਨੂੰ ਚਲਾਵਾਂਗੇ ਇਸੇ ਤਰ੍ਹਾਂ ਹੀ ਚਲਾ ਕੇ। ਅਤੇ ਕਨੈਕਸ਼ਨ ਪਲੇਟ ਦੇ ਕਨੈਕਸ਼ਨ ਵੀ ਕਿਸ ਤਰ੍ਹਾਂ ਕਰਨੇ, ਉਹ ਵੀ ਸਵਿੱਚ ਵਗੈਰਾ ਕਿਸ ਤਰ੍ਹਾਂ ਕੰਮ ਕਰਦਾ, ਸੋਲਨੋਇਡ ਵਾਲ, ਸਟੀਮ ਵਾਲਾ ਵਾਲ ਉਹ ਕਿਸ ਤਰ੍ਹਾਂ ਕੰਮ ਕਰਦਾ। ਤਾਰਾਂ ਮੈਂ ਕੱਢ ਲਈਆਂ ਜੋੜ ਲਾ ਕੇ ਨਾ, ਯਾਨੀ ਕਿ ਆਹ 'ਤੇ ਪੇਚ ਲਾ ਕੇ ਇੱਧਰ ਇੱਕ ਥਿੰਬਲ ਵਗੈਰਾ ਸੀ ਉਹ ਲਾਤਾ ਮੈਂ। ਦੋਸਤੋ ਬਾਪ ਜਿਹੜੇ ਨਵੇਂ ਆਏ ਚੈਨਲ 'ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ। ਇਸ ਤਰ੍ਹਾਂ ਦੀ ਵੀਡੀਓ ਅਪਲੋਡ ਕਰਦੇ ਰਹਾਂਗੇ, ਮਜ਼ੀਦ ਕੀਤੀਆਂ ਹੋਈਆਂ ਇਨਸ਼ਾਅੱਲਾ ਹੋਰ ਵੀ ਕਰਾਂਗੇ। ਆਹ ਦਾ ਜਿਹੜੀ ਪਲੇਟ ਦੇ ਉੱਪਰ ਲੱਗਿਆ ਥਰਮੋਸਟੇਟ ਵਗੈਰਾ, ਉਹਦੇ ਉੱਪਰ ਪਲੇਟ ਦਾ ਕਵਰ ਲਗਾ ਕੇ ਇਹਦੇ ਕਨੈਕਸ਼ਨ ਦਾ ਬਾਕੀ ਪ੍ਰੋਸੀਜਰ ਜਿਹੜਾ ਕਰਦੇ ਪੂਰਾ। ਇਹ ਜਿਹੜੀ ਤੁਹਾਨੂੰ ਤਾਰਾਂ ਦੇਖ ਲਈਆਂ ਜਿਹੜੀਆਂ ਲਾਈਆਂ ਵਾ, ਇੱਕ ਥਰਮੋਸਟੇਟ ਦੀ ਆ, ਇੱਕ ਲਾਈਟ ਦੀ ਆ, ਅਤੇ ਇੱਕ ਐਲੀਮੈਂਟ ਦੀ ਦੂਸਰੇ ਪੁਆਇੰਟ ਦੀ ਨਿਊਟਰਲ ਦੀ ਆ। ਅਤੇ ਆਹ ਹੱਡੀ ਆ, ਯਾਨੀ ਕਿ ਮੁੱਠ ਆ ਗਈ। ਮੁੱਠ ਨੂੰ ਇਹਦਾ ਕਾਬਲਾ ਲਾ ਕੇ ਟਾਈਟ ਕਰਦਾ ਚੰਗੀ ਤਰ੍ਹਾਂ, ਠੀਕ ਆ। ਅਤੇ ਇਸ ਕਾਬਲੇ ਦੋ ਹੁੰਦੇ, ਲੇਕਿਨ ਜਿਸ ਚੂੜੀ ਬਣਾਈ ਸੀ ਜਿਸ ਸਾਈਜ਼ ਦੀ ਉਹ ਇੱਕ ਹੀ ਲਗਾ ਰਿਹਾ, ਦੂਜਾ ਫਿਲਹਾਲ ਹੈ ਨਹੀਂ ਗਾ, ਉਹ ਬਾਅਦ 'ਚ ਵੀ ਲੱਗ ਜਾਏਗਾ। ਮੈਂ ਵੀਡੀਓ ਬਣਾਉਣ ਲਈ ਜੋ ਲਾਇਆ ਸੀਗਾ। ਅਤੇ ਆਹ ਇਹਦਾ ਜਿੱਥੋਂ ਸਫਾਈ ਵਗੈਰਾ ਕਰੀ, ਅਗਰ ਤੇਜ਼ਾਬ ਵਗੈਰਾ ਪਾਉਣਾ ਜਾਂ ਕੋਈ ਵਾਸ਼ ਕਰਨਾ, ਇੱਥਾਂ ਦੀ ਨੱਟ ਖੋਲ੍ਹ ਕੇ ਅਤੇ ਇਹਨੂੰ ਵਾਸ਼ ਕਰ ਲਈਦਾ ਹੁੰਦਾ। ਜਿਹੜਾ ਨਟ ਟਾਈਟ ਕਰ ਰਿਹਾ ਨਾ ਮੈਂ, ਇਹਦੇ 'ਚੋਂ ਉਹਨੂੰ ਵਾਸ਼ ਕਰਨਾ ਹੋਵੇ, ਇਹ ਡਾਇਰੈਕਟ ਜਿਹੜਾ ਵਾ ਉਹ ਅੰਦਰ ਟੈਂਕੀ ਤਾਂ ਨਹੀਂ ਹੁੰਦੀ, ਲੇਕਿਨ ਐਲੀਮੈਂਟ ਦੇ ਉੱਪਰ ਡਾਇਰੈਕਟ ਜਾਂਦਾ। ਆਹ ਸੋਲੋਨਾਇਡ ਵਾਲ ਇਹਦਾ ਕੰਮ ਇਹ ਵਾ, ਇਹ 220 ਵੋਲਟ 'ਤੇ ਇਹਨੇ ਆਪਰੇਟ ਹੋਣਾ। ਜਦੋਂ ਬਟਨ ਨੱਪਣਾ ਤਾਂ ਇਹਨੇ ਪਾਣੀ ਗੁਜ਼ਾਰਨਾ, ਵਰਨਾ ਇਹਨੇ ਬੰਦ ਰਹਿਣਾ। ਜਦੋਂ ਸਟੀਮ ਦੀ ਜ਼ਰੂਰਤ ਹੁੰਦੀ ਆ, ਇਹਨੂੰ ਬਟਨ ਨੱਪਦੇ ਆ, ਪਾਣੀ ਗੁਜ਼ਰਦਾ, ਸਟੀਮ ਬਣਦੀ ਆ। ਇਸ ਟਾਈਮ ਤੁਸੀਂ ਸਪਾਰਕਿੰਗ ਵੀ ਚੈੱਕ ਕਰਦੇ ਹੋਗੇ ਅਤੇ ਇਹਦੀ ਆਵਾਜ਼ ਵੀ ਤੁਹਾਨੂੰ ਆਈ ਹੋਏਗੀ। ਨਹੀਂ ਆਈ ਤਾਂ ਇਹਨੇ ਟਿਕ ਟਿਕ ਟਿਕ, ਜਿਸ ਤਰ੍ਹਾਂ ਰਿਲੇ ਨਹੀਂ ਕਰਦੀ ਹੁੰਦੀ ਟਿਕ ਟਿਕ, ਇਸ ਤਰ੍ਹਾਂ ਹੀ ਟਿਕ ਕਰਦੀ ਦਾ ਮਤਲਬ ਇਹ ਸਹੀ ਆ। ਇਹਦੀ ਸਫਾਈ ਵਗੈਰਾ ਵੀ ਹੁੰਦੀ ਹੈ, ਇਹਦੀ ਸਰਵਿਸ ਵੀ ਹੁੰਦੀ ਹੈ, ਕਿਉਂਕਿ ਇਹ 'ਚ ਸਟੀਮ ਜੰਮ ਜਾਂਦੀ ਹੈ, ਸਟੀਮ ਦਾ ਕਚਰਾ ਜੰਮ ਜਾਂਦਾ ਜਦੋਂ ਨਾ ਬੈਕ ਵੱਜਦੀ ਹੈ। ਅਤੇ 220 ਵਾਸਤੇ ਇਹਦੀ ਨਿਊਟਰਲ ਜਿਹੜੀ ਹੈ ਉਹ ਨਿਊਟਰਲ ਦੀ ਜਗ੍ਹਾ ਲਾ ਦੇਣੀ, ਅਤੇ ਜਿਹੜਾ ਫੇਜ਼ ਆ ਉਹ ਫੇਜ਼ ਦੇ ਥਰੂ ਵਾਪਸੀ ਆਏਗਾ। ਯਾਨੀ ਕਿ ਇੱਕ ਫੇਜ਼ ਨੂੰ ਤਾਰ ਲੱਗੀ ਆ, ਅਤੇ ਮੋਟਰ ਨੂੰ ਜਿਹੜਾ ਬਟਨ ਲੱਗਾ ਉਹਦੇ ਤੋਂ ਵਾਪਸੀ ਆਏਗਾ। ਤੁਹਾਨੂੰ ਉਹ ਵੀ ਦਿਖਾਉਣਾ ਮੈਂ, ਠੀਕ ਆ, ਕਿ ਕਿਸ ਤਰ੍ਹਾਂ ਇਹ ਕੰਮ ਕਰਦੀ ਆ। ਇਹਦੇ 'ਤੇ ਨਾ ਇਹ ਨਿਊਟਰਲ ਲਾਤੀ ਆ, ਹੁਣ ਰਹਿ ਗਿਆ ਫੇਜ਼। ਫੇਜ਼ ਆ ਬਟਨ ਪ੍ਰੈਸ ਕਰਨਾ, ਜਿਹੜਾ ਬਟਨ ਪ੍ਰੈਸ ਕਰਾਂਗੇ ਅਤੇ ਫੇਜ਼ ਵਾਪਸ ਆਏਗਾ ਇਸ ਤਾਰ ਦੇ ਵਿੱਚ। ਯਾਨੀ ਦੂਸਰੀ ਤਾਰ ਡਾਇਰੈਕਟ ਫੇਜ਼ ਨੂੰ ਲੱਗੀ ਆ, ਉਹ ਵਾਪਸੀ ਇਹਦੇ 'ਚ ਆ ਜਾਏਗੀ। ਹੁਣ ਆਹ ਦੇਖ ਸਕਦੇ ਹੋ, ਇੱਥੋਂ ਵਾਪਸੀ ਇਹਨੂੰ ਜਾਣੀ, ਆਹ ਬਟਨ ਆਪਣਾ ਫੇਜ਼ ਅੰਦਰ ਜਾ ਰਿਹਾ, ਵਾਪਸੀ ਜਿਹੜਾ ਉਹ ਇਸ ਤਾਰ 'ਚ ਅਗਲੀ ਤਾਰ 'ਚ ਆ ਰਿਹਾ, ਨਾਲ ਤਾਰ ਜਿਹੜੀ ਲੱਗੀ ਉਹ 'ਚ ਵਾਪਸ ਆ ਰਿਹਾ ਇਹ 'ਚ, ਅਤੇ ਉਹ ਕੋਇਲ ਆਪਰੇਟ ਜੋ ਬਟਨ ਨੱਪਾਂਗੇ ਉਦੋਂ ਪਾਣੀ ਗੁਜ਼ਰਿਆ ਆਪਰੇਟ। ਇਹ ਇਹਦਾ ਕੰਮ ਕਰਨ ਦਾ ਤਰੀਕੇਕਾਰ ਆ। ਅਤੇ ਬਾਕੀ ਤੁਹਾਨੂੰ ਮੈਂ ਅੱਗੇ ਮਜ਼ੀਦ ਹੁਣ ਕਨੈਕਸ਼ਨ ਦਿਖਾਉਣਾ, ਜਿਹੜੇ ਐਲੀਮੈਂਟ ਦੇ ਕਨੈਕਸ਼ਨ ਕਿਸ ਤਰ੍ਹਾਂ ਕਰਨੇ, ਜਿਹੜੇ ਨੀਚੇ ਹੋਏ ਆ। ਮੇਨ ਬਟਨ ਜਿਹੜਾ ਵਾ, ਇਹ ਬਟਨ ਬਾਹਰ ਕੱਢ ਲੈਣਾ, ਬਾਹਰ ਆ ਜਾਂਦਾ ਬਟਨ ਕਿਸ ਤਰ੍ਹਾਂ ਕੰਮ ਕਰਦਾ ਤੁਹਾਨੂੰ ਖੋਲ੍ਹ ਕੇ ਦਿਖਾਉਂਦਾ ਮੈਂ। ਤਾਰਾਂ ਵਗੈਰਾ ਇਹਦੀਆਂ ਉਹ ਵੀ ਲਾਉਣਾ ਹੈ, ਤਾਰਾਂ ਲਾ ਕੇ ਵੀ ਤੁਹਾਨੂੰ ਮੈਂ ਦਿਖਾਉਣਾ, ਠੀਕ ਆ। ਹੁਣ ਇੱਧਰ ਆ ਗਏ, ਆਹ ਤਾਰ ਮੈਂ ਲਗਾਤੀ ਜਿਹੜੀ ਐਲੀਮੈਂਟ ਦੀ ਇਹ ਡਾਇਰੈਕਟ ਗਈ ਆ ਬਟਨ ਤੋਂ। ਆਹ ਲਾਈਟ ਵਾਲੀ ਲੱਗੀ ਦਰਮਿਆਨ 'ਚ, ਅਤੇ ਜਿਹੜੇ ਮੇਨ ਥਰਮੋਸਟੇਟ ਵਾਲੀ ਉਹ ਲੱਗੀ ਆ ਲੈਫਟ ਸਾਈਡ 'ਤੇ। ਹੁਣ ਬਟਨ ਬਾਹਰ ਕੱਢਾਂ ਤੁਹਾਨੂੰ ਮੈਂ ਦਿਖਾਵਾਂ ਕਿ ਕਿਸ ਤਰ੍ਹਾਂ ਕੰਮ ਕਰਦਾ ਬਟਨ। ਅਗਰ ਬਟਨ ਚੇਂਜ ਕਰਨਾ ਹੋਵੇ, ਬਟਨ ਚੇਂਜ ਕਰਨਾ ਵੀ ਤਾਂ ਬਹੁਤ ਆਸਾਨ ਆ। ਇਹਨੂੰ ਬਾਹਰ ਕੱਢਣਾ ਬਟਨ ਨੂੰ, ਇਸੇ ਤਰ੍ਹਾਂ ਇਹ ਪਤਾ ਨਹੀਂ ਫਸਿਆ ਜਾਂਦਾ। ਉੱਪਰ ਦੇਖ ਸਕਦੇ ਹੋ ਤੁਸੀਂ ਆੜੀ ਚੀਜ਼, ਇਹ ਡਾਇਰੈਕਟ ਯਾਨੀ ਕਿ ਫੇਜ਼ ਆਇਆ ਵਾ, ਇਹ ਡਾਇਰੈਕਟ ਥਰਮੋਸਟੇਟ ਨੂੰ ਜਾਣਾ। ਆਹ ਵਾਪਸੀ ਦਾ ਯਾਨੀ ਕਿ ਲਾਈਟ ਨੂੰ ਜਦੋਂ ਇਹਨੇ ਔਨ ਹੋਣਾ ਉਦੋਂ ਲਾਈਟ ਔਨ ਹੋਣੀ। ਅਤੇ ਤੀਸਰਾ ਜਿਹੜਾ ਵੈਸੇ ਨਿਊਟਰਲ ਆ, ਯਾਨੀ ਡਾਇਰੈਕਟ ਨਿਊਟਰਲ ਆ, ਕਿ ਉਹ ਉੱਧਰੋਂ ਜਦੋਂ ਆਨ ਹੋਣਾ ਅਤੇ ਸਵਿੱਚ ਨੇ ਨਿਊਟਰਲ ਪਾਸ ਕਰ ਦੇਣੀ। ਇਹਦਾ ਛੋਟਾ ਜਿਹਾ ਫੰਕਸ਼ਨ ਆ ਜਿਹੜਾ ਕੰਮ ਕਰਦਾ। ਉੱਪਰ ਦੇਖ ਸਕਦੇ ਕਿ ਇੱਕ ਤਾਰ ਜਿਹੜੀ ਮੇਨ ਦੀ ਲੱਗੀ ਉਹ ਡਾਇਰੈਕਟ ਜਿਹੜੀ ਥਰਮੋਸਟੇਟ ਨੂੰ, ਦੂਸਰੀ ਡਾਇਰੈਕਟ ਜਾ ਰਹੀ ਸਵਿੱਚ ਦੇ ਥਰੂ ਹੋ ਕੇ ਉਹ ਨਿਊਟਰਲ ਆ, ਦਰਮਿਆਨ ਜਿਹੜੀ ਲਾਈਟ ਵਾਲੀ ਲੱਗਣੀ ਇਹਦੀ। ਇਹ ਇਹਦਾ ਕੰਮ ਕਰਦਾ ਤਰੀਕੇਕਾਰ। ਸਵਿੱਚ ਵਗੈਰਾ ਖ਼ਰਾਬ ਹੋਵੇ ਅਤੇ ਸਕੂਨ ਨਾਲ ਸਵਿੱਚ ਲਿਆ ਕੇ ਬੰਦਾ ਆਪ ਚੇਂਜ ਕਰ ਸਕਦਾ ਬਜਾਏ ਦੇ ਮਕੈਨਿਕ ਦੇ। ਹੁਣ ਇਹਨੂੰ ਕਰ ਲਿਆ ਵਾ। ਬਾਕੀ ਹੁਣ ਆਹ ਥਰਮੋਸਟੇਟ ਦੀ ਨਾਬ ਲਾ ਦਿੱਤੀ ਆ, ਅਤੇ ਤੁਹਾਨੂੰ ਮੈਂ ਦਿਖਾ ਰਿਹਾ ਲਾਈਟ ਚੱਲ ਰਹੀ ਹੈ। ਇਹਦਾ ਮਤਲਬ ਇੱਥੇ ਬੰਦ ਵਾ, ਇੱਥੇ 'ਚ ਆਉਣ ਆ ਇਸ ਤਰੀ। ਇਹ ਇਸ ਟਾਈਮ ਬੰਦ ਆ, ਲਾਈਟ ਨਹੀਂ ਚੱਲ ਰਹੀ, ਅਤੇ ਰਿਲੇ ਦੀ ਆਵਾਜ਼ ਤੁਹਾਨੂੰ ਆ ਰਹੀ ਹੋਣੀ ਟਿਕ ਟਿਕ ਦੇ ਦੀ, ਕਿ ਰਿਲੇ ਵੀ ਵਰਕਿੰਗ ਕਰ ਰਹੀ। ਬਾਕੀ ਮਜ਼ੀਦ ਤੁਹਾਨੂੰ ਮੈਂ ਇਹਦੀ ਟੈਸਟਿੰਗ ਕਰਵਾਉਣਾ ਵਾ, ਪਾਣੀ ਪਾ ਕੇ ਇਹਨੂੰ ਪੈਪ ਲਾ ਕੇ ਕਿਸ ਤਰ੍ਹਾਂ ਸਟੀਮ ਬਣਾਉਂਦੀ ਆ ਉਹਦੀ। ਹੁਣ ਆਹ ਬੈਕ ਕਵਰ ਲਾਤਾ ਇਹਨੂੰ, ਹੁਣ ਇਹਨੂੰ ਕਰਦੇ ਹਾਂ ਟੈਸਟ ਵਗੈਰਾ, ਠੀਕ ਆ। ਅਤੇ ਆਟੋ ਚਲਾ ਕੇ ਚੈੱਕ ਕਰਦੇ ਕੋਈ ਮਸਲਾ ਤਾਂ ਨਹੀਂ। ਇਹਦੀ
कह लो कि असली लुक वा जी फिटिंग करती प्लेट वगैरह ना वगैरह। आ वा स्विच, अगर कोयल नहीं परेड कोयल नूं चैक करें कोयल ठीक आ तो आ स्विच खोल के भी देख लेना। स्विच भी थोड़ा स्विच होंदा इहनूं सेफ्टी स्विच कहते हैं, लिमिट स्विच भी कहते हैं। ओवन के स्विच तो थोड़ा छोटा स्विच होंदा है, इहनूं खोल के चैक कर लेना कि इसका तो नहीं मसला होना। आ चीज़ ना प्रैस करके या शार्ट करके देख लेना कि स्विच ठीक है। तो अगर यदा करंट नहीं पास होगा तो फिर भी वो कोयल नहीं चलेगी बैक साइड वाली। ये सारी चीज़ां दस्सण का मकसद ये वा कि इस्त्री वगैरह चैक करनी, खोलनी, मेलना, निक्के निक्के फाल्ट ये किस तरह बनते, की तरीकेकार आ वो मैं दस रहा। इसलिए वरना सोच ठीक सी सिर्फ तुहानूं दिखाउण दा मकसद आ कि इस्त्री इस तरह काम करती है। हुण इहनूं बंद करके इहदा आ गया मरला जिहड़ा टैसटिंग दा। स्विच वगैरह बंद करते हैं, इहनूं करते हैं फिटिंग, ਇਹਦੀ ਕਰਦੇ ਹਾਂ ਟੈਸਟਿੰਗ। ਬਾਕੀ ਵੀਡੀਓ ਜਿਹੜੀ ਅੱਛੀ ਲੱਗੇ ਤਾਂ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਓ, ਕਮੈਂਟ ਕਰਿਓ ਅਤੇ ਵੀਡੀਓ ਨੂੰ ਲਾਈਕ ਕਰਿਓ ਤਾਂ ਕਿ ਕੋਈ ਕਮੀ ਪੇਸ਼ੀ ਹੋਵੇ ਤਾਂ ਲਾਜ਼ਮੀ ਦੱਸਿਓ। ਇਸ ਤਰ੍ਹਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਚੈਨਲ 'ਤੇ, ਹੋਰ ਵੀ ਕੀਤੀਆਂ ਅਪਲੋਡ ਵੀਡੀਓ ਮਜ਼ੀਦ ਇਨਸ਼ਾਅੱਲਾ ਕਰਦਾ ਮੈਂ ਰਿਪੇਅਰਿੰਗ ਮੁਤਲਕ। ਆ ਹੁਣ ਇਹਦੀ ਮੋਟਰ ਵਗੈਰਾ ਟਾਈਟ ਕਰਦੇ ਪਏ, ਪੇਜ ਇੱਕ ਹੀ ਲੱਗਾ ਹੁੰਦਾ, ਇੱਕ ਪੇਜ 'ਤੇ ਟਾਈਟ ਕਰ ਦੇਣਾ ਕਿਉਂਕਿ ਵਜ਼ਨ ਸਾਰਾ ਪਿੱਛੇ ਆ, ਇਹਨੂੰ ਸਿਰਫ ਕੰਟਰੋਲ ਹੀ ਕਰਨਾ ਇੱਥੋਂ ਇਹਨੇ। बस एक पेज तो इसी तरह हिल रही है, टाइट हो जाएगी तो कोई मसला नहीं। हूँ इनू आ पानी पाता, पाइप वगैरह लाता उसे सोलोनाइट वाल ते, यानी कि उन्होंने कोयल भी कहते हैं, वाल भी कहते हैं। इस वाल ते ला के इस्त्री वगैरह ऑन करती है, तुहानूं चला के ते चैक कराना किस तरह ये स्टीम वगैरह बनती, किस प्रैशर नाल बनती। ठीक है, यानी कि उन्होंने को हैवी वेट इस्त्री होंदी आ जिहड़े प्रैस करते नहीं धोबी वगैरह, उन्होंने को ਜਿਹੜੇ ਘਰਾਂ 'ਚ ਆਉਂਦੀ ਹੈ ਮੰਮੀ ਡੈਡੀ ਇਸਤਰੀ ਆ ਉਹਦੇ 'ਚ ਅਤੇ ਇਹਦੇ ਜ਼ਮੀਨ ਆਸਮਾਨ ਦਾ ਫਰਕ ਹੈ। ਹੈਵੀ ਵੇਟ ਆ ਅਤੇ ਤਕਰੀਬਨ 1500 ਵਾਟ ਦੇ ਰਾਉਂਡ ਹੁੰਦੀ ਹੈ, 1500 ਵਾਟ 2000 ਵਾਟ ਜਿੰਨਾ ਤੁਹਾਡਾ ਖਪਤ ਆ ਉਸ ਹਿਸਾਬ ਨਾਲ ਤੁਸੀਂ ਲੈ ਸਕਦੇ। ਅਤੇ ਇਹਦਾ ਸਟੀਮ ਵੀ ਅੱਛੀ ਉਹਦੇ ਨੂੰ, ਲੀਕੇਜ ਵੀ ਘੱਟ ਵਾ। ਆ ਦੇਖੋ ਸਟੀਮ ਵਗੈਰਾ ਬਣਦੀ ਪਈ। ਇਹ ਜਿਹੜੀ ਹੁੰਦੀ ਮੰਮੀ ਡੈਡੀ ਇਸਤਰੀ ਉਹਦਾ ਵੇਟ ਘੱਟ ਵਾ, ਉਹ ਸੀਲਾਂ ਵਗੈਰਾ ਸਕੇਲ ਨਾਲ ਬੰਦ ਹੋ ਜਾਂਦੀਆਂ ਉਹ ਚੀਜ਼। ਇਹਦਾ ਸਿੱਧਾ ਸਿੱਧਾ ਵਾਲ ਆ ਸਟੀਮ ਦੀ ਚੈੱਕ ਕਰੋ ਜਿਹੜੀ ਬਣਦੀ। ਠੀਕ ਆ, ਉੱਪਰ ਬਟਨ ਪ੍ਰੈਸ ਕਰਦਾ ਨਾਲ ਠੀਕ ਆ, ਆਟੋ ਵੀ ਬੰਦ ਹੋ ਗਈ ਆ ਤੁਹਾਨੂੰ ਨਜ਼ਰ ਆਉਂਦੀ ਸੇਮ। ਠੀਕ ਆ, ਅਗਰ ਜਿੰਨੀ ਜ਼ਿਆਦਾ ਗਰਮ ਹੋਏਗੀ ਉਨੀ ਸਟੀਮ ਬਿਹਤਰੀਨ ਪ੍ਰੈਸ਼ਰ ਨਾਲ ਬਣੇਗੀ। ਤੁਹਾਨੂੰ ਹੁਣ ਖੜੀ ਕਰਕੇ ਮੈਂ ਦਿਖਾਉਣਾ ਕਿ ਸਟੀਮ ਜਿਹੜੀ ਉਹ ਕਿਸ ਤਰ੍ਹਾਂ ਪ੍ਰੈਸ਼ਰ ਨਾਲ ਬਣਦੀ ਪਈ ਹੈ। ਆ ਦੇ ਯਾਨੀ ਕਿ ਉਹ ਪ੍ਰੈਸ਼ਰ ਨਾਲ ਸਟੀਮ ਬਣਾਉਂਦਾ। ਜਦੋਂ ਨਾ ਹੁਣ ਜਿਹੜਾ ਦਾ ਹੱਥ ਚੱਲਦਾ ਉਹਨੂੰ ਪਤਾ ਕਿੰਨੀ ਦੇਰ ਬਾਅਦ ਇਹਨੂੰ ਸਟੀਮ ਦੇਣੀ ਹੈ, ਕਿੰਨੀ ਦੇਰ ਬਾਅਦ ਇਹਨੂੰ ਪ੍ਰੈਸ਼ਰ ਦੇਣਾ ਵਾ। ਹਾਂ, ਪਾਣੀ ਵਗੈਰਾ ਯਾਨੀ ਕਿ ਜਿਸ ਤਰ੍ਹਾਂ ਸਟੀਮ ਬਣਦੀ ਪਾਣੀ ਦੀ ਮਿਕਦਾਰ ਘਟੀ ਜਾਂਦੀ ਆ, ਉੱਪਰੋਂ ਪਾਣੀ ਪਾਈ ਜਾਂਦੇ ਆ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ, ਇਨਸ਼ਾਅੱਲਾ ਇਸ ਤਰ੍ਹਾਂ ਦੀ ਵੀਡੀਓ ਅਪਲੋਡ ਕਰਦੇ ਰਹਾਂਗੇ। ਹੈ ਨਾ, ਪ੍ਰੈਸ਼ਰ ਨਾਲ ਦੇਖੋ ਕਿੱਦਾਂ ਸਟੀਮ ਬਣ ਰਹੀ। ਮਿਲਾਂਗੇ ਆਪਾਂ ਨੈਕਸਟ ਵੀਡੀਓ 'ਚ। ਅੱਲਾ ਖੈਰ ਰੱਖੇ, ਰੱਬ ਰਾਖਾ।